ਪੈਂਦੇ ਦੀ ਸ਼ੁਰੂਆਤ ਦਿਨ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ ਜੋ ਮੁੱਖ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ। ਦਿੱਲੀ ਤੋਂ ਪਰਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਨੂੰ ਸਖਤ ਤੇ ਤਲਖ ਲਹਿਜ਼ੇ ਦੇ ਵਿੱਚ ਸੁਨੇਹਾ ਦਿੱਤਾ ਗਿਆ ਹੈ ਤੇ ਕਿਹਾ ਕਿ ਮੈਂ ਮੁਲਾਕਾਤ ਦੇ ਲਈ ਤਿਆਰ ਹਾਂ ਪਰ ਮੁਰਦਾਬਾਦ ਤਰੀਕਾ ਨਹੀਂ ਹੋ ਸਕਦਾ। ਪਰ ਮੁਲਾਕਾਤ ਦਾ ਤਰੀਕਾ ਮੁਰਦਾਬਾਦ ਨਹੀਂ ਹੋ ਸਕਦਾ। ਇਹ ਦਿਨ ਦੀ ਵੱਡੀ ਖਬਰ ਹੈ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਪ੍ਰਦਰਸ਼ਨ ਕਰਨ ਦਾ ਹੱਕ ਹੈ। ਮੈਂ ਵੀ ਕਿਸਾਨ ਦਾ ਬੇਟਾ ਹਾਂ। ਖੇਤੀਬਾੜੀ ਬਾਰੇ ਮੈਨੂੰ ਵੀ ਪਤਾ ਹੈ। एक साल मेरा सहयोग ਤਾਂ ਦਿਓ, ਇਹ ਕਿਸਾਨਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਦਰਅਸਲ ਮੰਗਲਵਾਰ ਦੀ ਸਵੇਰ ਹੁੰਦੀ ਹੈ ਕਿਸਾਨਾਂ ਦੇ ਜਮਾਵੜੇ ਦੇ ਨਾਲ ਮੋਹਾਲੀ ਦੇ ਵਿੱਚ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਿਸਾਨ ਇਕੱਠਾ ਹੋਣਾ ਸ਼ੁਰੂ ਹੁੰਦੇ ਨੇ। ਉਸ ਤੋਂ ਬਾਅਦ ਸੀਐਮ ਦੇ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਜਾਂਦਾ ਹੈ। ਮੁਲਾਕਾਤ ਦਾ ਸਮਾਂ ਕਿਹਾ ਗਿਆ ਕਿ ਤੈਅ ਹੋ ਗਿਆ ਪਰ ਮੁਲਾਕਾਤ ਹੋਈ ਨਹੀਂ ਤੇ ਇਸ ਵਿਚਾਲੇ ਸੀਐਮ ਦਿੱਲੀ ਚਲੇ ਗਏ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲਾ ਬੈਰੀਕੇਡ ਤੋੜ ਕੇ ਕਿਸਾਨ ਦੂਜੇ ਬੈਰੀਕੇਡ ਦੇ ਉੱਤੇ ਪਹੁੰਚ ਗਏ ਤੇ ਸਿਖਰ ਦੁਪਹਿਰੇ ਉੱਥੇ ਹੀ ਧਰਨਾ ਲਗਾ ਦਿੱਤਾ ਕਿਸਾਨਾਂ ਦੇ ਵੱਲੋਂ ਤੇ ਉੱਥੇ ਹੀ ਕਿਹਾ ਗਿਆ ਕਿ ਅਸੀਂ ਹੁਣ ਪੱਕਾ ਮੋਰਚਾ ਇੱਥੇ ਲਗਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਦੇ ਉੱਤੇ ਪੰਜਾਬ ਸਰਕਾਰ ਗੌਰ ਨਹੀਂ ਕਰਦੀ। ਇਸ ਵਿਚਾਲੇ ਦਿੱਲੀ ਫੇਰੀ ਸੀਐਮ ਭਗਵੰਤ ਮਾਨ ਦੀ ਜਾਰੀ ਰਹੀ। ਉਹ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਨਾਲ ਮੁਲਾਕਾਤ ਕਰਦੇ ਨੇ। ਉਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਪਹੁੰਚਦੇ ਨੇ। ਚੰਡੀਗੜ੍ਹ ਪਹੁੰਚੇ 에ਅਰਪੋਰਟ ਦੇ ਉੱਤੇ ਮੀਡੀਆ ਨਿਊਜ਼ 18 ਮੌਜੂਦ ਸੀ। ਉੱਥੇ ਮੀਡੀਆ ਦਾ ਜਮਾਵੜਾ ਸੀ ਤੇ ਨਿਊਜ਼ 18 ਨੇ ਇੱਕ ਇੱਕ ਕਰਕੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸਵਾਲ ਪੁੱਛੇ ਤਾਂ ਸਵਾਲ ਸਭ ਤੋਂ ਪਹਿਲਾਂ ਇਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਤਾਂ ਆਖਿਰ ਇਹ ਕਿਵੇਂ ਹੱਲ ਹੋਏਗਾ। ਤਾਂ ਇਸ ਦੇ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਕਿ ਆ ਕੇ ਜਿਹੜੇ ਮੁੱਦੇ ਹੈਗੇ ਨੇ ਮੈਨੂੰ ਦੱਸ ਦੇਣ, ਉਹ ਸੁਲਝਾ ਲਏ ਜਾਣਗੇ। ਪਰ ਜਦੋਂ ਸਵਾਲ ਕੀਤਾ ਗਿਆ ਸੀਐਮ ਨੂੰ ਕਿ ਕਿਸਾਨ ਚਾਹੁੰਦੇ ਨੇ ਕਿ ਤੁਸੀਂ ਭਰੋਸਾ ਦਿਵੋ, ਕਿਸਾਨ ਚਾਹੁੰਦੇ ਨੇ ਕਿ ਸੀਐਮ ਮੁਲਾਕਾਤ ਕਰਨ, ਤਾਂ ਇੱਥੇ ਫਿਰ ਤਲਖ ਅੰਦਾਜ਼ ਮੁੱਖ ਮੰਤਰੀ ਦਾ ਨਜ਼ਰ ਆਇਆ ਤੇ ਉਹਨਾਂ ਨੇ ਤਲਖ ਅੰਦਾਜ਼ ਦੇ ਵਿੱਚ ਕਿਹਾ ਕਿ ਮੁਲਾਕਾਤ ਨੂੰ ਤਾਂ ਮੈਂ ਤਿਆਰ ਹਾਂ ਪਰ ਮੁਰਦਾਬਾਦ ਦਾ ਕੋਈ ਤਰੀਕਾ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਹਰ ਗੱਲ ਤੇ ਮੁਰਦਾਬਾਦ ਕਰਦੇ ਰਹੋ। ਸੀਐਮ ਨੇ ਇਹ ਵੀ ਕਿਹਾ ਕਿ ਮੈਂ ਕਿਸਾਨ ਦਾ ਬੇਟਾ ਹਾਂ, ਮੈਂ ਕਿਸਾਨ ਦਾ ਪੁੱਤ ਹਾਂ, ਮੈਨੂੰ ਪਤਾ ਹੈ ਕਿ ਕਿਸਾਨੀ ਕੀ ਹੁੰਦੀ ਹੈ, ਖੇਤੀਬਾੜੀ ਕਿਵੇਂ ਹੁੰਦੀ ਹੈ। ਮਿਰਚਾਂ ਦਾ ਹੋਰ ਫਸਲਾਂ ਦਾ ਉਦਾਹਰਣ ਵੀ ਸੀਐਮ ਦੇਣ ਲੱਗੇ ਤੇ ਸਵਾਲ ਉਹਨਾਂ ਨੇ ਇਹ ਵੀ ਕੀਤਾ ਕਿ ਕਿਸਾਨ ਮੈਨੂੰ ਦੱਸਣ ਕਿ 10 ਜੂਨ ਤੇ 18 ਜੂਨ ਦੇ ਵਿੱਚ ਕਿੰਨਾ ਫਰਕ ਹੈ ਕਿਉਂਕਿ 10 ਜੂਨ ਕਿਸਾਨ ਚਾਹੁੰਦੇ ਨੇ ਕਿ ਅਸੀਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰੀਏ ਜਦਕਿ ਸਰਕਾਰ ਨੇ ਇਸ ਵਾਰ ਪੰਜਾਬ ਨੂੰ ਜ਼ੋਨ ਦੇ ਵਿੱਚ ਵੰਡ ਕੇ ਵੱਖ-ਵੱਖ ਜ਼ੋਨਸ ਦੇ ਵਿੱਚ ਵੰਡ ਕੇ 18 ਜੂਨ ਤੋਂ ਝੋਨਾ ਲਗਾਉਣ ਦੀ ਇਜਾਜ਼ਤ ਦਿੱਤੀ ਹੈ। ਤਾਂ ਸੀਐਮ ਪੁੱਛ ਰਹੇ ਨੇ 10 ਤੇ 18 ਜੂਨ ਦੇ ਵਿੱਚ ਕਿੰਨਾ ਕੁ ਫਰਕ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਆਪਾਂ ਵਾਤਾਵਰਣ ਪ੍ਰੇਮੀ ਆ ਸਾਰੇ, ਜੇਕਰ ਆਪਾਂ ਚੁਗਿਰਦੇ ਦੇ ਬਾਰੇ ਸੰਜੀਦਾ ਹੈ ਤਾਂ ਫਿਰ ਮੇਰਾ ਸਾਥ ਦਿਓ ਕਿ ਜੇਕਰ ਐਕਸਪਰਟਸ ਦੇ ਵੱਲੋਂ ਕਿਹਾ ਜਾ ਰਿਹਾ ਕਿ 18 ਜੂਨ ਤੋਂ ਸ਼ੁਰੂਆਤ ਕਰੋ ਤਾਂ ਫਿਰ ਉਸ ਦੇ ਵਿੱਚ ਮੇਰਾ ਸਾਥ ਦਿਓ। ਤਾਂ ਬਹੁਤ ਤਲਖੇ ਪਹਿਲੀ ਵਾਰ ਹੈ ਕਿ ਜਦੋਂ ਸੀਐਮ ਦਾ ਤਲਖ ਭਰਿਆ ਅੰਦਾਜ਼ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਲਈ ਹੋਇਆ ਹੋਵੇ। ਸੀਐਮ ਨੇ ਸਖਤ ਸੁਨੇਹਾ ਸਪਸ਼ਟ ਸ਼ਬਦਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ 2 ਮਹੀਨੇ ਹੋ ਗਏ ਜੇਕਰ ਸਰਕਾਰ ਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੁਰਦਾਬਾਦ ਨਹੀਂ ਕੀਤਾ ਤਾਂ ਚੰਡੀਗੜ੍ਹ ਚੱਲੋ ਤੇ ਮੁਰਦਾਬਾਦ ਸ਼ੁਰੂ ਕਰ ਦਿਓ। ਤਾਂ ਸਖਤ ਤੇ ਤਲਖ ਸੁਨੇਹਾ ਸੀਐਮ ਦੇਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਸੁਣਵਾਉਂਦੇ ਹਾਂ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ। गलबात करने की कोशिश करेंगे। मान साहब एक मिनट जे दे दो। मान साहब की कहना चाहोगे जी खास करके ਤੁਸੀਂ ਮੁਲਾਕਾਤ ਕਰਕੇ ਆਏ ਹੋ ਕਿਸਾਨ ਦੀ ਜਿਹੜਾ ਦੇਖੋ ਗੱਲਬਾਤ ਦਾ ਦੌਰ ਜਿਹੜਾ ਉਹ ਹਮੇਸ਼ਾ ਖੁੱਲ੍ਹਾ ਹੈ। ਉਹਨਾਂ ਨੂੰ ਵੀ ਹੱਕ ਹੈ ਕਿ ਉਹ ਜਿਹੜਾ ਡੈਮੋਕ੍ਰੈਟਿਕ ਰਾਈਟ ਹੈ ਉਹਨਾਂ ਦਾ ਧਰਨਾ ਦੇ ਸਕਦੇ ਨੇ ਪਰ ਉਹ ਮੁੱਦੇ ਜਿਹੜੇ ਨੇ ਉਹ ਦੱਸ ਦੇਣ। ਮੈਂ ਤਾਂ ਆਪਣੇ ਵੱਲੋਂ ਬਹੁਤ ਵੱਡਾ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਧਰਤੀ ਦਾ ਪਾਣੀ, ਹਵਾ ਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨਾਂ ਦੇ ਜਿਹੜੇ ਮੁੱਦੇ ਨੇ ਸਾਡੀ ਸਰਕਾਰ ਵੱਲੋਂ ਉਹਨਾਂ ਨਾਲ ਅੱਜ ਵੀ ਗੱਲਬਾਤ ਕੀਤੀ ਗਈ ਹੈ ਤੇ ਉਹ ਸਾਨੂੰ ਦੱਸ ਦੇਣ ਤੇ ਮਿਲ ਕੇ ਗੱਲ ਕਰ ਲਾਂਗੇ। ਤੁਹਾਡੇ ਨਾਲ ਖਾਸ ਕਰਕੇ ਮਿਲਣਾ ਚਾਹੁੰਦੇ ਹੋ। ਕਹਿੰਦੇ ਕਿ ਭਗਵੰਤ ਮਾਨ ਕਿਸਾਨੀ ਨੂੰ ਬਹੁਤ ਸਮਝਦੇ ਨੇ, ਉਹਨਾਂ ਤੋਂ ਉਮੀਦ ਜ਼ਿਆਦਾ ਇਸੇ ਕਰਕੇ ਤੁਹਾਡੇ ਨਾਲ ਸਿੱਧੀ ਮੁਲਾਕਾਤ ਕਰਨੀ ਚਾਹੁੰਦੇ ਨੇ। ਤੇ ਮੁਲਾਕਾਤ ਕਰਨ ਦਾ ਤਰੀਕਾ ਮੁਰਦਾਬਾਦ ਥੋੜੀ ਹੈ। ਫਿਰ ਕਦੋਂ ਜੀ? ਜਦੋਂ ਮਰਜ਼ੀ ਆਓ। ਮੈਂ ਤਾਂ ਪਹਿਲਾਂ ਵੀ ਬੁਲਾਇਆ ਸੀ ਉਹਨਾਂ ਨੂੰ, ਮੈਂ ਉਦੋਂ ਪਹਿਲਾਂ ਵੀ ਬੁਲਾਉਂਦਾ ਰਿਹਾ। ਸੋ ਮੈਂ ਖੁਦ ਕਿਸਾਨ ਦਾ ਬੇਟਾ, ਸੋ ਮੈਨੂੰ ਪਤਾ ਹੈ ਕਿ ਕਿਵੇਂ ਹੋ ਸਕਦਾ ਹੈ 18 ਜੂਨ ਤੇ 10 ਜੂਨ 'ਚ ਕੀ ਫਰਕ ਹੈ। ਜਦੋਂ ਮੈਂ ਇਹ ਕਹਿ ਰਿਹਾ ਕਿ MSP ਮੂੰਗੀ ਤੇ ਵੀ ਹੋਊਗੀ, ਬਾਸਮਤੀ ਵੀ MSP ਤੇ ਚੱਕਾਂਗੇ, ਠੀਕ ਹੈ, ਭਾਵੇਂ ਉਹ ਜਿੰਨੀ ਮਰਜ਼ੀ ਸਿੱਲ ਵਾਲੀ ਲੈ ਆਉਣ, ਜਿਹੜਾ ਉਹ ਕਹਿੰਦੇ ਨੇ ਕਿ ਅਕਤੂਬਰ 'ਚ ਐਂ ਹੋ ਜਾਊਗਾ, ਨਵੰਬਰ 'ਚ ਐਂ ਹੋ ਜਾਊਗਾ,
ਅਸੀਂ ਉਹ ਫਸਲ ਚੱਕਣ ਨੂੰ ਤਿਆਰ ਹਾਂ, ਚਾਹੇ ਸਾਨੂੰ ਜੋ ਮਰਜ਼ੀ ਹੋ ਜੇ, ਪਰ ਕਿ ਇੱਕ ਵਾਰੀ ਐਫਰਟ ਤਾਂ ਕਰ ਲਓ, ਇੱਕ ਵਾਰੀ ਤਜਰਬਾ ਤਾਂ ਕਰਕੇ ਦੇਖ ਲਈਏ ਧਰਤੀ ਨੂੰ ਬਚਾਉਣ ਦਾ। ਤਾਂ ਹਰ ਗੱਲ ਦਾ ਮਤਲਬ ਮੁਰਦਾਬਾਦ ਥੋੜੀ ਹੁੰਦਾ। ਸਾਹਿਬ ਉਹ ਕਹਿੰਦੇ ਤੁਸੀਂ ਆਸ਼ਵਾਸਨ ਦੇ ਦਿਓ ਉਹਨਾਂ ਦੀ ਮੰਗਾਂ ਨੂੰ ਲੈ ਕੇ। ਮੈਂ ਆਲਰੇਡੀ ਇਹ ਗੱਲ ਕਹਿ ਚੁੱਕਿਆ, ਸ਼ਾਇਦ ਉਹਨਾਂ ਨੇ ਨਹੀਂ ਸੁਣੀ ਹੋਣੀ, ਕਿ ਬਾਸਮਤੀ ਵੀ ਐਮਐਸਪੀ ਤੇ ਚੁੱਕਾਂਗੇ, ਮੂੰਗੀ ਵੀ ਐਕਸਟਰਾ ਫਸਲ ਇੱਕ ਦਿੱਤੀ ਹੈ, ਜੇ 20 ਮਈ ਤੋਂ ਚਲੋ ਪਹਿਲਾਂ ਵੀ ਸ਼ੁਰੂ ਹੋ ਗਈ, ਡਾਇਰੈਕਟ ਬਿਜਾਈ ਵਾਸਤੇ ਐਨਆਰਆਈਜ਼ ਨੇ ਵੀ ਬਹੁਤ ਸਾਰੇ ਜਿਹੜੇ ਪੈਸੇ ਦੇਤੇ ਜਾਂ ਉਹਨਾਂ ਨੇ ਠੇਕਾ ਘੱਟ ਕਰਤਾ, 1500 ਗਵਰਨਮੈਂਟ ਵੀ ਦੇ ਰਹੀ ਹੈ। ਪਰ ਮੈਂ ਇਹ ਪੁੱਛਣਾ ਚਾਹੁੰਦਾ ਮਾਨਯੋਗ ਜਥੇਬੰਦੀਆਂ ਨੂੰ ਕਿ ਮੈਨੂੰ ਇਹ ਤਾਂ ਦੱਸ ਦਿਓ ਕਿ ਮੈਂ ਗਲਤ ਕੀ ਕਰ ਰਿਹਾ ਧਰਤੀ ਲਈ। ਮਤਲਬ ਜਦੋਂ ਇੱਕ ਨਾੜ ਨੂੰ ਅੱਗ ਲੱਗ ਜਾਂਦੀ ਹੈ, 10 ਬੱਚੇ ਗੁਰਦਾਸਪੁਰ ਦੇ ਵਿੱਚ ਲੱਕੀਲੀ ਬਚ ਗਏ, ਹਾਲਾਂਕਿ ਸ਼ੌਕ ਪਤਾ ਨਹੀਂ ਸਾਰੀ ਉਮਰ ਜ਼ਿੰਦਗੀ 'ਚ ਰਹੂਗਾ ਉਹਨਾਂ ਨੂੰ, ਤੇ ਜਦੋਂ ਇੱਥੇ ਡੇਰਾਬੱਸੀ ਅੱਗ ਲੱਗ ਗਈ, 2 ਬੱਚੇ ਝੁੱਗੀ ਝੋਪੜੀ ਵਾਲੇ ਖਤਮ ਹੋ ਗਏ, ਕਦੇ ਉਹਦੇ ਵਾਸਤੇ ਤਾਂ ਕਦੇ ਕੋਈ ਮਤਲਬ ਕੋਈ ਉਹਨਾਂ ਨੇ ਐਫਰਟ ਨਹੀਂ ਕੀਤੀ। ਮੈਂ ਕਹਿਣਾ ਕਿ ਸਹਿਯੋਗ ਦਿਓ। ਮੇਰੇ ਤਾਂ ਉਹ ਵੱਡੇ ਨੇ, ਕੋਈ ਮੇਰੇ ਚਾਚੇ ਦੀ ਉਮਰ ਦੇ ਨੇ, ਕੋਈ ਮੇਰੇ ਦਾਦੇ ਦੀ ਉਮਰ ਦੇ ਨੇ, ਬਹੁਤ ਸੀਨੀਅਰ ਨੇ, ਪਰ ਘੱਟੋ ਘੱਟ ਜਦੋਂ ਸਰਕਾਰ ਦੀ, ਮੇਰਾ ਕਿਹੜਾ ਪੇਟੈਂਟ ਰਾਈਟ ਹੈ ਕੋਈ ਪਾਣੀ ਦਾ ਕਿ ਮੈਂ ਪਾਣੀ ਬਚਾਉਣਾ ਚਾਹੁੰਦਾ, ਮੈਂ ਪਾਣੀ ਕਿਸੇ ਕੰਪਨੀ ਨੂੰ ਵੇਚ ਦੂੰਗਾ? ਮੇਰਾ ਕਿਹੜਾ ਪੇਟੈਂਟ ਰਾਈਟ ਹੈ ਕੋਈ ਹਵਾ ਦਾ? ਗੁਰੂ ਨਾਨਕ ਸਾਹਿਬ ਦਾ ਇੱਕ ਮੈਂ ਵਾਕ ਹੈ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਕਿਰਪਾ ਕਰਕੇ 1 ਸਾਲ ਮੇਰਾ ਸਾਥ ਦੇ ਕੇ ਦੇਖ ਲਓ, ਜੇ ਘਾਟਾ ਪੈ ਗਿਆ ਮੈਂ ਸਰਕਾਰ 'ਚ ਹਾਂ, ਮੈਂ ਸਾਰੇ ਘਾਟੇ ਪੂਰੇ ਕਰ ਦੂੰਗਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੇ ਕੋਲ ਟਰਾਲੀਆਂ ਤਿਆਰ ਖੜੀਆਂ ਨੇ ਜੀ, ਮੁਰਦਾਬਾਦ ਮੁਰਦਾਬਾਦ, ਚੰਗਾ ਨਹੀਂ ਲੱਗਦਾ। ਬੀਬੀਐਮਬੀ ਦਾ ਵੀ ਮਸਲਾ ਉਹ ਕਹਿ ਰਹੇ ਨੇ ਕੁਝ। ਸਰ ਬੀਬੀਐਮਬੀ ਦਾ ਮੈਂ ਲਿਖ ਕੇ ਦਿੱਤਾ ਹੋਇਆ, ਮੈਂ ਲੋਕ ਸਭਾ 'ਚ ਕਿਸਾਨਾਂ ਦੇ ਹੱਕ 'ਚ ਸਭ ਤੋਂ ਵੱਧ ਬੋਲਦਾ ਰਿਹਾ। ਮੈਨੂੰ ਖੇਤੀ ਬਾਰੇ ਜਿੰਨਾ ਪਤਾ ਹੈ, ਮੈਂ ਮਿਰਚਾਂ ਦੀਆਂ ਓਲੀਆਂ ਤੋਂ ਲੈ ਕੇ ਮੈਂ ਪੀਟਰ ਇੰਜਨਾਂ ਦੇ ਸਲੈਂਸਰਾਂ ਦੇ ਮੂਹਰੇ ਮੱਛਰਦਾਨੀਆਂ ਲਾ ਕੇ ਸੌਂਦਾ ਰਿਹਾ। ਤੋ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ। ਸੋ ਮੈਨੂੰ ਸਾਰਾ ਪਤਾ ਹੈ ਕਿੱਥੇ ਘਾਟਾ ਪੈਂਦਾ, ਕਿੱਥੇ ਮਾਰੇ ਜਾਂਦੇ ਆ, ਕਿੱਥੇ ਠੱਗੀ ਵੱਜਦੀ ਹੈ, ਮੈਂ ਸਾਰਾ ਠੀਕ ਕਰੂੰਗਾ। ਇੱਕ ਵਾਰੀ ਮੇਰੇ ਕਹੇ ਤੇ ਮੰਨ ਕੇ ਤਾਂ ਦੇਖ ਲੈਣ। ਇਹਦਾ ਮਤਲਬ ਇਹ ਥੋੜੀ ਹੈ ਕਿ 2 ਮਹੀਨੇ ਹੋ ਗਏ ਯਾਰ ਮੁਰਦਾਬਾਦ ਦਾ ਨਾਰਾ ਨਹੀਂ ਲਾਇਆ, ਚਲੋ ਚੱਲੀਏ ਫਿਰ ਚੰਡੀਗੜ੍ਹ। ਇਹ ਗਲਤ ਹੈ। ਬਿਲਕੁਲ ਦੇਖੋ ਤਾਂ ਭਗਵਾਨ ਤਾਂ ਵੱਡੀ ਖਬਰ ਹੈ ਇਸ ਸਮੇਂ ਦੀ, ਜੋ ਸੀਐਮ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਔਰ ਜਿਸ ਅੰਦਾਜ਼ ਦੇ ਵਿੱਚ, ਤਲਖ ਅੰਦਾਜ਼ ਦੇ ਵਿੱਚ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਸੀਐਮ ਨੇ ਸਖਤ ਸੁਨੇਹਾ ਦਿੱਤਾ ਹੈ ਕਿ ਮੁਰਦਾਬਾਦ ਮੁਰਦਾਬਾਦ ਨਹੀਂ ਮੁਲਾਕਾਤ ਦਾ ਤਰੀਕਾ। ਮੁਰਦਾਬਾਦ ਇਸ ਕਰਕੇ ਨਹੀਂ ਕਿ 2 ਮਹੀਨੇ ਹੋ ਗਏ ਮੁਰਦਾਬਾਦ ਨਹੀਂ ਕੀਤਾ, ਔਰ ਮੁਰਦਾਬਾਦ ਹਰ ਗੱਲ ਦੇ ਉੱਤੇ ਇਹ ਸੀਐਮ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੁਰਦਾਬਾਦ ਹਰ ਗੱਲ ਦੇ ਉੱਤੇ ਨਹੀਂ ਹੋ ਸਕਦਾ। ਤਾਂ ਜਿਹੜੇ ਮੁੱਦਿਆਂ ਨੂੰ ਲੈ ਕੇ ਜਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਨਾਂ ਦੇ ਵਿੱਚ ਮੰਗ ਹੈ ਬਾਸਮਤੀ। ਹਾਲਾਂਕਿ ਬਾਸਮਤੀ ਦੀ ਖਰੀਦ 4500 ਰੁਪਏ ਪ੍ਰਤੀ ਕੁਇੰਟਲ ਕਰਵਾਉਣਾ ਚਾਹੁੰਦੇ ਨੇ ਕਿਸਾਨ, ਤੇ ਸੀਐਮ ਕਹਿੰਦੇ ਨੇ ਕਿ ਐਮਐਸਪੀ ਦੇ ਉੱਤੇ ਬਾਸਮਤੀ ਖਰੀਦੀ ਜਾਵੇਗੀ। ਮੱਕੀ ਤੇ ਮੂੰਗੀ ਐਮਐਸਪੀ ਦੇ ਉੱਤੇ ਹੀ ਖਰੀਦੀ ਜਾਵੇ, ਇਹ ਵੀ ਮੰਗ ਹੋ ਰਹੀ ਹੈ। ਪਰ ਮੂੰਗੀ ਨੂੰ ਲੈ ਕੇ ਤਾਂ ਸੀਐਮ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਐਮਐਸਪੀ ਦੇ ਉੱਤੇ ਖਰੀਦੀ ਜਾਵੇਗੀ। ਮੱਕੀ ਨੂੰ ਲੈ ਕੇ ਸਟੈਂਡ ਕੀ ਹੈ ਸਰਕਾਰ ਦਾ, ਉਸ ਦੇ ਉੱਤੇ ਨਜ਼ਰ ਹੋਏਗੀ। ਉਸ ਤੋਂ ਬਾਅਦ ਝੋਨੇ ਨੂੰ ਲੈ ਕੇ 18 ਤਰੀਕ ਦਾ ਦਿਨ ਮੁਕਰਰ ਕੀਤਾ ਗਿਆ ਕਿ 18 ਤਰੀਕ ਤੋਂ ਝੋਨਾ ਲਗਾਇਆ ਜਾਵੇ, ਜਦਕਿ ਕਿਸਾਨ ਮੰਗ ਕਰ ਰਹੇ ਨੇ ਕਿ 10 ਤਰੀਕ ਤੋਂ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਉੱਤੇ ਸੀਐਮ ਨੇ ਕਿਹਾ ਕਿ 10 ਤੇ 18 ਦੇ ਵਿੱਚ ਕਿੰਨਾ ਫਰਕ ਆ ਉਹ ਵੀ ਮੈਨੂੰ ਦੱਸ ਦਿਓ। ਤਾਂ ਇੱਕ ਤਲਖ ਸਖਤ ਸੁਨੇਹਾ ਜ਼ਰੂਰ ਸੀਐਮ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਧਰਨਾ ਪ੍ਰਦਰਸ਼ਨ ਇਸ ਸਮੇਂ ਜਾਰੀ ਹੈ, ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ। ਉੱਥੋਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਸਾਡੇ ਨਾਲ ਜੁੜੇ ਹੋਏ ਨੇ। ਨਪਿੰਦਰ, ਤਾਂ ਇੱਕ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਸੀਐਮ ਦੇ ਵੱਲੋਂ ਕੀਤੀ ਗਈ ਹੈ, ਜੋ ਉਹਨਾਂ ਦੀ ਸਟੇਟਮੈਂਟ ਦਿੱਤੀ ਸਾਹਮਣੇ ਆਈ, ਜੋ 에ਅਰਪੋਰਟ ਤੇ ਉਤਰਦੇ ਸਾਰੇ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ। ਤਾਂ ਇਸ ਦਾ ਇੱਕ ਕ੍ਰਕਸ ਕੱਢਿਆ ਜਾਵੇ ਤਾਂ ਇਹੀ ਹੈ ਕਿ ਕਿਸਾਨਾਂ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਹਰ ਵਾਰ ਧਰਨਾ ਪ੍ਰਦਰਸ਼ਨ ਵੀ ਠੀਕ ਨਹੀਂ ਹੁੰਦਾ। ਸਖਤ ਸੁਨੇਹਾ ਤਾਂ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ। ਦੇਖੋ ਬਿਲਕੁਲ, ਤੁਸੀਂ ਅਗਰ ਭਗਵੰਤ ਮਾਨ ਹੋਰਾਂ ਦੀ, ਮੁੱਖ ਮੰਤਰੀ ਪੰਜਾਬ ਦੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਦੇ ਕੌਨਫੀਡੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਕਿਤੇ ਨਾ ਕਿਤੇ ਉਹ ਬੜੇ ਕੌਨਫੀਡੈਂਟ ਨੇ। ਔਰ ਉਹਨਾਂ ਨੇ ਬੜਾ ਸਪਸ਼ਟ ਤਰੀਕੇ ਦੇ ਨਾਲ ਕਿਹਾ ਕਿ ਮੈਂ ਬਿਲਕੁਲ ਧਰਤੀ ਦੇ ਲਈ ਕਰ ਰਿਹਾ, ਮੈਂ ਖੁਦ ਕਿਸਾਨ ਦਾ ਪੁੱਤ ਹਾਂ। ਤਾਂ ਉਹ ਜਿਹੜਾ ਕੌਨਫੀਡੈਂਸ ਉਹ ਕਿਤੇ ਨਾ ਕਿਤੇ ਉਦੋਂ ਆਉਂਦਾ ਜਦੋਂ ਬੰਦੇ ਨੂੰ ਲੱਗ ਰਿਹਾ ਹੋਵੇ ਕਿ ਮੈਂ ਜੋ ਫੈਸਲਾ ਲੈ ਰਿਹਾ ਮੈਂ ਸਹੀ ਲੈ ਰਿਹਾ। ਤਾਂ ਜੇ ਇਹਦੇ ਵਿੱਚ ਹੁਣ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਗੱਲ ਇਹ ਹੈ ਕਿ ਕੀ ਉਹ ਕਿਸਾਨਾਂ ਨੂੰ ਇਸ ਪੂਰੇ ਮੁੱਦੇ ਤੇ ਕਨਵਿੰਸ ਕਰ ਸਕਣਗੇ, ਇਹ ਜ਼ਰੂਰੀ ਵੀ ਹੈ। ਕਿਉਂਕਿ ਸਾਫ਼ ਤੌਰ ਤੇ ਜਿਵੇਂ ਅੱਜ ਸਵੇਰ ਤੱਕ ਦੀ ਚੇਤਾਵਨੀ ਦਿੱਤੀ ਗਈ ਆ ਕਿ ਭਾਈ ਜੇ ਤਾਂ ਗੱਲਬਾਤ ਕਰਕੇ ਮਸਲੇ ਦਾ ਹੱਲ ਹੋ ਜਾਊਗਾ ਤਾਂ ਉੱਠ ਖੜਾਂਗੇ, ਫਿਰ ਨਹੀਂ ਤਾਂ ਅਸੀਂ ਪੱਕਾ ਧਰਨਾ ਲਾ ਕੇ ਬੈਠੇ ਆ। ਪਰ ਹੁਣ ਇਹ ਗੱਲਬਾਤ ਅੱਗੇ ਤੁਰੇਗੀ ਕਿਵੇਂ? ਕਿਉਂਕਿ ਸਭ ਨੇ ਦੇਖਿਆ, ਗੌਰਵ, ਅਸੀਂ ਵੀ ਲਗਾਤਾਰ ਦਿਖਾਉਂਦੇ ਰਹੇ ਜੋ ਦਿੱਲੀ ਧਰਨਾ ਚੱਲ ਰਿਹਾ ਸੀ,
ਤਾਂ ਜਦੋਂ ਇੱਕ ਵਾਰ ਗੱਲਬਾਤ ਦੀ ਕੜੀ ਟੁੱਟ ਗਈ ਸੀ ਤਾਂ ਉਹ ਬੜੀ ਵੱਡੀ ਸਮੱਸਿਆ ਪੈਦਾ ਹੋ ਗਈ ਸੀ। ਉਹ ਜਦੋਂ ਕੜੀ ਟੁੱਟ ਗਈ ਤਾਂ ਦੁਬਾਰਾ ਉਸ ਨੂੰ ਚਲਾਉਣਾ ਬੜਾ ਮੁਸ਼ਕਲ ਹੋ ਗਿਆ ਸੀ। ਇਸ ਕਰਕੇ ਬਾਅਦ ਦੇ ਵਿੱਚ ਤਾਂ ਇਦਾਂ ਲੱਗਣ ਲੱਗ ਗਿਆ ਕਿ ਸ਼ਾਇਦ ਉਹ ਧਰਨਾ ਤਾਂ ਉਮਰ ਲਈ ਪੱਕੇ ਵਾਲਾ ਕੰਮ ਹੀ ਹੋ ਗਿਆ। ਸਾਲ ਦੇ ਕਰੀਬ ਧਰਨਾ ਜਦੋਂ ਲੱਗ ਜੇ ਤਾਂ ਹੁਣ ਇੱਥੇ ਵਾਲਾ ਧਰਨਾ ਅੱਜ ਦੇਖੋ ਧਰਨਾ ਲੱਗਿਆ, ਰਾਤ ਲੰਘਣੀ ਹੈ ਤੇ ਦਿਨ ਚੜ੍ਹਦੇ ਨਾਲ ਜੇ ਤਾਂ ਵਧੀਆ ਤਰੀਕੇ ਨਾਲ ਅਗਰ ਗੱਲਬਾਤ ਹੋ ਕੇ ਮਸਲੇ ਦਾ ਹੱਲ ਹੋ ਜਾਂਦਾ, ਕਿਸਾਨਾਂ ਨੂੰ ਕਨਵਿੰਸ ਕਰਵਾ ਸਕਦੀ ਹੈ ਸਰਕਾਰ, ਤਾਂ ਲੱਗਦਾ ਹੈ ਕਿ ਮਸਲਾ ਜਲਦੀ ਹੱਲ ਹੋ ਜਾਏਗਾ। ਪਰ ਜੇ ਕਿਤੇ ਮਸਲਾ ਕਿਤੇ ਨਾ ਕਿਤੇ ਲਟਕਦਾ ਹੋਇਆ ਨਜ਼ਰ ਆਇਆ ਤਾਂ ਫਿਰ ਸ਼ਾਇਦ ਮੁਸ਼ਕਲਾਂ ਵੱਧ ਸਕਦੀਆਂ ਨੇ। ਹਾਲਾਂਕਿ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਮੈਂ ਵਾਅਦੇ ਕੀਤੇ ਨੇ, ਦੇਖੋ ਮੂੰਗੀ ਤੇ ਐਮਐਸਪੀ ਦੀ ਗੱਲ ਉਹ ਕਰ ਰਹੇ ਨੇ, ਜਾਂ ਉਹ ਕਹਿੰਦੇ ਨੇ ਕਿ ਜਿਹੜੀ ਮੈਂ ਗੱਲ ਕਰ ਲਈ ਆ ਤੁਹਾਡਾ ਜੇ ਬਾਸਮਤੀ ਦੀ ਮੈਂ ਗੱਲ ਕੀਤੀ ਆ ਤਾਂ ਉਹ ਕਹਿੰਦੇ ਨੇ ਕਿ ਚਾਹੇ ਉਹ ਸਿੱਲ ਵੀ ਹੋਊਗੀ ਉਸ ਵੇਲੇ ਨਵੀਂ ਵੀ ਹੋਊਗੀ ਪਛੇਤੀ ਦੇ ਵਿੱਚ ਤਾਂ ਵੀ ਅਸੀਂ ਖਰੀਦ ਕਰਾਂਗੇ। ਪਰ ਹੁਣ ਕਿਸਾਨਾਂ ਨੂੰ ਕਨਵਿੰਸ ਕਰਨ ਦੀ ਗੱਲ ਆ, ਜਿਵੇਂ ਉਹਨਾਂ ਨੇ ਇੱਕ ਇਹ ਵੀ ਸੁਨੇਹਾ ਦੇ ਦਿੱਤਾ ਕਿ ਭਾਈ ਮੁਰਦਾਬਾਦ ਕੋਈ ਤਰੀਕਾ ਨਹੀਂ ਹੈ ਗੱਲਬਾਤ ਕਰਨ ਦੇ ਲਈ, ਮੁਲਾਕਾਤ ਕਰਨ ਦੇ ਲਈ, ਤਾਂ ਇਹ ਵੀ ਬੜਾ ਸਪਸ਼ਟੀਆ ਸੁਨੇਹਾ। ਔਰ ਕਿਤੇ ਨਾ ਕਿਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਤੁਸੀਂ ਇਸ ਤਰ੍ਹਾਂ ਦਬਾਅ ਬਣਾ ਕੇ ਇਹ ਨਹੀਂ ਕਹਿ ਸਕਦੇ ਕਿ ਜੋ ਮਰਜ਼ੀ ਜੋ ਵੀ ਤੁਹਾਡਾ ਜਿਹੜਾ ਫੈਸਲਾ ਹੈ ਤੁਹਾਡੀ ਗੱਲ ਆ ਉਹ ਤੁਸੀਂ ਲਾਗੂ ਕਰ ਦਿਓ। ਇਹ ਮੁੱਖ ਮੰਤਰੀ ਦਾ ਲੱਗਦਾ ਕਿਤੇ ਨਾ ਕਿਤੇ ਸੁਨੇਹਾ। ਔਰ ਹੁਣ ਐਸੇ ਦੇ ਵਿੱਚ ਦੋਨੇ ਤਰ੍ਹਾਂ ਦੀ ਗੱਲਬਾਤ ਬੜੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਦੇਖੋ ਇੱਕ ਪਾਸੇ ਮੁੱਖ ਮੰਤਰੀ ਉਹ ਵੀ ਪੰਜਾਬ ਦੇ ਹੀ ਨੇ ਤੇ ਜਿਹੜੇ ਕਿਸਾਨ ਨੇ ਉਹ ਵੀ ਪੰਜਾਬ ਦੇ ਨੇ। ਮੁੱਖ ਮੰਤਰੀ ਨੇ ਪਹਿਲਾਂ ਹੀ ਸਾਫ਼ ਕੀਤਾ ਕਿ ਮੈਂ ਪੰਜਾਬ ਦੀ ਧਰਤੀ ਨੂੰ ਬਚਾਉਣਾ ਚਾਹੁੰਦਾ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਚਾਹੁੰਦਾ ਔਰ ਖੁਦ ਕਿਸਾਨ ਦਾ ਪੁੱਤ ਹੈ। ਇੱਥੋਂ ਤੱਕ ਉਹਨਾਂ ਨੇ ਕਹਿਤਾ ਕਿ ਮੈਂ ਇੰਜਣ ਦੇ ਸਲਾਂਸਰ ਮੂਹਰੇ ਮੱਛਰਦਾਨੀ ਲਾ ਕੇ ਸੌਂਦਾ ਰਿਹਾ। ਉਹਦਾ ਕੀ ਮਤਲਬ ਹੈ ਕਿ ਝੋਨਾ ਉਹ ਖੁਦ ਵੀ ਲਾਉਂਦੇ ਰਹੇ ਨੇ। ਇਹ ਬੇਸਿਕਲੀ ਇਸ ਦਾ ਮਤਲਬ ਇਹ ਹੈ ਕਿ ਝੋਨਾ ਖੁਦ ਵੀ ਲਾਉਂਦੇ ਰਹੇ ਤੇ ਝੋਨੇ ਦੇ ਵੇਲੇ ਮੱਛਰ ਬੜਾ ਹੁੰਦਾ ਗੌਰਵ, ਤਾਂ ਕਿਉਂਕਿ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਹਾਂ। ਮੱਛਰ ਬੜਾ ਹੁੰਦਾ ਤਾਂ ਫਿਰ ਇੰਜਣ ਦੇ ਧੂਏ ਵਾਲੇ ਸਲਾਂਸਰ ਦੇ ਮੂਹਰੇ ਮੱਛਰਦਾਨੀ ਲਾ ਲੈਂਦਾ ਬੰਦਾ ਤੇ ਉਹਦੇ ਅੱਗੇ ਪੈ ਜਾਂਦਾ, ਧੂਆਂ ਬੇਸ਼ੱਕ ਚੜੀ ਜਾਵੇ ਪਰ ਮੱਛਰ ਤਾਂ ਜ਼ਰੂਰ ਬਚ ਜਾਂਦਾ। ਉਹ ਉਹਨਾਂ ਨੇ ਭਗਵੰਤ ਮਾਨ ਹੋਰਾਂ ਨੇ ਇਹ ਕਹਿ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਖੁਦ ਕਿਸਾਨ ਦਾ ਪੁੱਤ ਹਾਂ, ਖੁਦ ਖੇਤੀ ਕਰਦਾ ਰਿਹਾ ਤੇ ਜੇ ਮੇਰੇ ਨਾਲੋਂ ਭਲੀ ਭਾਂਤ ਕੋਈ ਨਹੀਂ ਜਾਣ ਸਕਦਾ ਕਿ ਕਿੱਥੇ ਕਮੀ ਹੈ, ਕਿੱਥੇ ਕਮੀ ਦੂਰ ਕਰਨ ਦੀ ਜ਼ਰੂਰਤ ਹੈ, ਕਿੱਥੋਂ ਘਾਟਾ ਹੋ ਰਿਹਾ, ਕਿੱਥੋਂ ਮੁਨਾਫਾ ਹੋਏਗਾ। ਔਰ ਇਹ ਵੀ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪਤਾ ਹੈ ਕਿ ਜ਼ਮੀਨ ਨਾਲ ਵੀ ਅਸੀਂ ਜ਼ਿਆਦਾ ਧੱਕਾ ਕਰਾਂਗੇ ਤਾਂ ਉਹਦਾ ਕੀ ਨਤੀਜਾ ਹੋਏਗਾ। ਪਰ ਹੁਣ ਗੱਲ ਇਹ ਹੈ ਕਿ ਪੋਜ਼ਿਟਿਵਿਟੀ ਦੋਨੇ ਪਾਸੋਂ ਬੇਸ਼ੱਕ ਨਜ਼ਰ ਆ ਰਹੀ ਹੋਵੇ ਪਰ ਇੱਕ ਵਾਰੀ ਗੱਲਬਾਤ ਬਹੁਤ ਲਾਜ਼ਮੀ ਹੈ। ਬਸ ਹੁਣ ਉਹ ਗੱਲਬਾਤ ਹੈ ਜਿਹੜੀ ਉਹ ਪੋਜ਼ਿਟਿਵਿਟੀ ਦੇ ਨਾਲ ਬੜੀ ਸੁਖਦ ਗੱਲਬਾਤ ਹੈ ਜਿਹੜੀ ਹੋ ਜਾਏ ਤਾਂ ਕਿ ਮਸਲੇ ਦਾ ਹੱਲ ਕੱਢਿਆ ਜਾ ਸਕੇ। ਜੀ ਠੀਕ ਹੈ ਨਪਿੰਦਰ, ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ। ਤਾਂ ਹੁਣ ਇਸ ਦੇ ਉੱਤੇ ਨਜ਼ਰਾਂ ਰਹਿਣਗੀਆਂ ਕਿ ਬੁੱਧਵਾਰ ਦੇ ਦਿਨ ਕਦੋਂ ਕਿਵੇਂ ਕਿੱਥੇ ਮੁਲਾਕਾਤ ਹੁੰਦੀ ਹੈ ਕਿਸਾਨਾਂ ਤੇ ਮੁੱਖ ਮੰਤਰੀ ਦੇ ਵਿਚਾਲੇ। ਕਿ ਮੁਲਾਕਾਤ ਸੀਐਮ ਦੇ ਨਾਲ ਹੋ ਪਾਉਂਦੀ ਹੈ ਕਿ ਨਹੀਂ, ਜਾਂ ਫਿਰ ਅਧਿਕਾਰੀਆਂ ਦੇ ਨਾਲ ਹੀ ਮੁਲਾਕਾਤ ਕਰਕੇ ਕੋਈ ਮਸਲੇ ਦਾ ਹੱਲ ਕੱਢ ਲਿਆ ਜਾਏਗਾ। ਪਰ ਸੀਐਮ ਜਿਸ ਤਰੀਕੇ ਨਾਲ ਥੋੜਾ ਜਿਹਾ ਤਲਖ ਅੰਦਾਜ਼ ਦੇ ਵਿੱਚ ਅੱਜ ਆਪਣੀ ਗੱਲ ਕਹਿੰਦੇ ਹੋਏ ਨਜ਼ਰ ਆਏ ਨੇ, ਤਾਂ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਉਹ ਬਹੁਤ ਸਾਰੀਆਂ ਗੱਲਾਂ ਕਿਸਾਨਾਂ ਨੂੰ ਵੀ ਸਮਝਾਉਣੀਆਂ, ਖਾਸ ਤੌਰ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਾਉਣੀਆਂ ਚਾਹੁੰਦੇ ਨੇ।